ਚੜ੍ਹੇ ਦੂਜ ਕੇ ਦਿਓ ਕਿਰਪਾਲ। ਤੇ ਦੂਜ ਥਿਤ ਜਿਹੜੀ ਹੁੰਦੀ, ਜਿਵੇਂ ਮੱਸਿਆ ਤੋਂ 2 ਦਿਨ ਬਾਅਦ ਵਿੱਚ ਜਿਵੇਂ ਸੁਦੀ ਉਹ ਹੋ ਜਾਂਦੀ ਨਾ ਆਰੰਭ, ਪੁੰਨਿਆਂ ਤੋਂ ਪਹਿਲਾਂ ਸੁਦੀ ਹੁੰਦੀ, ਮੱਸਿਆ ਤੋਂ ਪਹਿਲਾਂ ਬਦੀ ਹੁੰਦੀ ਹੈ। ਤੋ 2 ਸੁਦੀ ਭਾਦਰੋਂ ਦੀ ਨੂੰ ਸੱਚੇ ਪਾਤਸ਼ਾਹ ਜੀਆਂ ਨੇ ਅੰਮ੍ਰਿਤਸਰ ਸਾਹਿਬ ਛੱਡਿਆ, ਗੋਇੰਦਵਾਲ ਸਾਹਿਬ ਚੱਲੇ ਆ। ਆਨ ਪਹੁੰਚੇ ਗੋਇੰਦਵਾਲ। ਰਸਤਾ ਤੈਅ ਕਰਕੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚਿਆ ਪਰਿਵਾਰ ਸਾਰਾ। ਕੁਛ ਕਰਹੇ ਦਿਨ ਪ੍ਰਵੇਸ਼ੇ ਪੁਰ ਮੈਂ। ਤੇ ਕੁਝ ਕੁ ਜਿਹੜੇ ਵੈ ਦਿਨ ਰਹਿੰਦਿਆਂ ਇੱਥੇ ਆ ਗਏ ਸੀ, ਭਾਵ ਸ਼ਾਮ ਹੋਣ ਤੋਂ ਪਹਿਲਾਂ ਹੀ ਗੋਇੰਦਵਾਲ ਪਹੁੰਚ ਗਏ ਸਨ। ਦੇਖਤ ਹਰਖ ਭਰੇ ਗੁਰ ਉਰ ਮੈਂ। ਤੇ ਗੁਰੂ ਰਾਮਦਾਸ ਮਹਾਰਾਜਿਆਂ ਜਦੋਂ ਗੋਇੰਦਵਾਲ ਆਨੰਦਾਂ ਦੀ ਪੂਰੀ ਵੇਖੀ ਤੇ ਬੜਾ ਖੁਸ਼ ਹੁੰਦੇ ਆ ਮਨ ਵਿੱਚ। ਜਾਏ ਚੁਬਾਰੇ ਬੰਦਨ ਠਾਨੀ। ਜਿੱਥੇ ਗੁਰੂ ਅਮਰਦਾਸ ਮਹਾਰਾਜ ਦਾ ਵਾਸਾ ਹੁੰਦਾ ਸੀ, ਨਿਜ ਸਥਾਨ ਸੀ ਉਹ ਚੁਬਾਰਾ ਸਾਹਿਬ ਦਾ। ਜਾ ਕੇ ਸਭ ਤੋਂ ਪਹਿਲਾਂ ਚੁਬਾਰਾ ਸਾਹਿਬ ਦੇ ਪਾਵਨ ਸਥਾਨ ਤੇ ਬੰਦਨਾ ਕੀਤੀ ਹੈ। ਤਬ ਹੈ ਮੋਹਰੀ ਨੇ ਸੁਧ ਜਾਨੀ। ਤੇ ਫਿਰ ਇਹਨੇ ਨੂੰ ਬਾਬਾ ਮੋਹਰੀ ਜੀ ਜਿਹੜੇ ਛੋਟੇ ਸਾਹਿਬਜ਼ਾਦੇ, ਉਹਨਾਂ ਨੂੰ ਪਤਾ ਲੱਗਿਆ ਵੀ ਧੰਨ ਗੁਰੂ ਰਾਮਦਾਸ ਜੀ ਆ ਗਏ ਆ ਗੋਇੰਦਵਾਲ। ਜਦੋਂ ਪਤਾ ਚੱਲਿਆ ਹੈ, ਕਰੇ ਉਤਾਇਲ ਮਿਲਬੇ ਆਇਆ। ਤੇ ਬੜੀ ਛੇਤੀ ਦੇ ਨਾਲ ਖੁਸ਼ ਹੋ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਮਿਲਣ ਆਏ ਹਨ। ਆਪਸ ਮਹਿ ਬੰਦਤ ਹਰ ਖਾਇਆ। ਗੁਰੂ ਰਾਮਦਾਸ ਜਾਂ ਇਧਰ ਬਾਬਾ ਮੋਹਰੀ ਜੀ ਆਪਸ ਵਿੱਚ ਬੰਦਨਾ ਕੀਤੀ, ਭਾਵ ਨਮਸਕਾਰ ਕੀਤੀ ਹੈ, ਮਿਲੇ ਹੈ, ਬੜੇ ਖੁਸ਼ ਹੋਏ ਹਨ। ਲੈ ਆਪਣੇ ਗ੍ਰਹਿ ਕੋ ਤਬ ਗਇਓ। ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਪਰਿਵਾਰ ਸਮੇਤ ਬਾਬਾ ਮੋਹਰੀ ਜੀ ਆਪਣੇ ਘਰ ਲੈ ਗਏ ਐ। ਮਿਲਨ ਕੁਟੰਬ ਸਭਿਨ ਕੋ ਭਇਓ। ਤੇ ਸਾਰੇ ਪਰਿਵਾਰਾਂ ਦਾ 2 ਪਾਸਿਓਂ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦਾ ਸਹੁਰਾ ਪਰਿਵਾਰ ਹੀ ਹੈ ਨਾ ਸਾਰਾ ਗੋਇੰਦਵਾਲ ਵਾਲੇ, ਤੋ ਸਾਰੇ ਦੋਵੇਂ ਪਰਿਵਾਰ ਆਪਸ ਵਿੱਚ ਮਿਲੇ ਹਨ ਪ੍ਰੇਮ ਦੇ ਨਾਲ। ਪੁਨ ਭਾਨੀ ਸਭ ਸੋ ਮਿਲ ਰੋਈ। ਤੇ ਬੀਬੀ ਭਾਨੀ ਜੀ ਜਾਂ ਮਾਤਾ ਭਾਨੀ ਜੀ ਇੱਥੇ ਆਪਣੇ ਪੇਕੇ ਪਰਿਵਾਰ ਆਏ ਆ ਤੇ ਉੱਚੀ ਉੱਚੀ ਰੋਂਦੇ ਆ। ਇਹ ਸਾਰੇ ਪਰਿਵਾਰ ਨੂੰ ਮਿਲੇ ਪੇਕਿਆਂ ਨੂੰ ਤੇ ਬੜੀ ਉੱਚੀ ਉੱਚੀ ਰੋ ਰਹੇ ਹਨ। ਵੱਡ ਚਿੰਤਾ ਮਹਿ ਵਿਆਕੁਲ ਹੋਈ। ਕਿਉਂਕਿ ਮਾਤਾ ਜੀ ਬੜੀ ਚਿੰਤਾ ਵਿੱਚ ਦੁਖੀ ਹੈ। ਮਾਂ ਦੇ ਹਿਰਦੇ ਵਿੱਚ ਬਹੁਤ ਇਸ ਗੱਲ ਦਾ ਦੁੱਖ ਹੋ ਰਿਹਾ ਹੈ। ਇੱਕ ਤੋ ਜਗ ਗੁਰ ਕੇਰ ਚਲਾਨੋ। ਆ ਦੁੱਖ ਇਸ ਗੱਲ ਦਾ ਵੀ ਇੱਕ ਤਾਂ ਹੁਣ ਸਾਡੇ ਪਤੀ ਪਰਮੇਸ਼ਰ ਧੰਨ ਗੁਰੂ ਰਾਮਦਾਸ ਮਹਾਰਾਜ, ਇਹਨਾਂ ਦਾ ਚਲਾਣੇ ਦਾ ਸਮਾਂ ਆ ਗਿਆ ਹੈ, ਇਹਨਾਂ ਸੱਚਖੰਡ ਚਲੇ ਜਾਣਾ ਹੈ। ਬਾਹਰ ਸੁਤਨ ਮਹਿ ਚਗਰ ਮਹਾਨੋ। ਤੇ ਪਿੱਛੋਂ ਸੁੱਖ ਮਿਲਣਾ ਨਹੀਂ, ਕਿਉਂਕਿ ਘਰੇ ਵੱਡਾ ਪੁੱਤਰ ਕਲੇਸ਼ ਪਾਈ ਬੈਠਾ ਹੈ। ਪਿਰਤੀ ਚੰਦ ਜਿਹੜਾ ਵਾ ਬਹੁਤ ਝਗੜਾ ਕਰਦਾ, ਕਲੇਸ਼ ਪਾਉਂਦਾ ਹੈ। ਉਠ ਹੈ ਉਪਾਦ ਵਿਚਾਰਤ ਰੋਬਤ। ਤੇ ਇਸ ਤਰ੍ਹਾਂ ਜਿਹੜਾ ਵਾ ਇਹੋ ਜਿਹਾ ਉਪਾਦ ਜੀ ਖੜੀ ਹੋਈ ਵਿਚਾਰ ਕੇ, ਤੇ ਮਾਤਾ ਭਾਨੀ ਜੀ ਇੱਥੇ ਪੇਕੇ ਆ ਕੇ ਤੇ ਬਹੁਤ ਉੱਚੀ ਉੱਚੀ ਰੋਂਦੇ ਹਨ ਰਲ ਮਿਲ ਕਰਕੇ। ਪਿਤਾ ਬਾਕ ਸਾਚੋ ਹੋਏ ਜੋਵਤ। ਤੇ ਮਨ ਵਿੱਚ ਵਿਚਾਰਦੇ ਆ ਮਾਤਾ ਭਾਨੀ ਜੀ ਵੀ ਸਾਡੇ ਪਿਤਾ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਬਚਨ ਸੀ ਨਾ ਕੀਤੇ ਹੋਏ ਇੱਥੇ ਗੋਇੰਦਵਾਲ, ਉਹ ਅੱਜ ਬਿਲਕੁਲ ਸੱਚੇ ਹੋ ਰਹੇ ਹਨ। ਅਪਰਣ ਕੁਲ ਮਹਿ ਜਾਤ ਗੁਰਾਈ। ਵੀ ਅਸੀਂ ਜਦੋਂ ਪਾਵੇ ਹੇਠ ਹੱਥ ਦਿੱਤਾ ਸੀ ਤੇ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਸਾਨੂੰ ਪੁੱਛਿਆ ਸੀ ਵੀ ਮੰਗੋ ਕੀ ਮੰਗਣਾ, ਤੇ ਅਸੀਂ ਆਖਿਆ ਸੀ ਮਹਾਰਾਜ ਜੇ ਤਰੁੱਠੇ ਹੋ ਤੇ ਫਿਰ ਇਹ ਜਿਹੜੀ ਗੁਰਤਾ ਗੁਰਿਆਈ ਹੈ ਤੁਸੀਂ ਸਾਡੇ ਪਤੀ ਨੂੰ ਬਖਸ਼ੀ ਹੈ, ਇਹ ਸਾਡੀ ਕੁੱਲ 'ਚ ਹੀ ਰਹਿ ਜਾਵੇ, ਵੀ ਸੋਢੀਆਂ 'ਚ ਹੀ ਰਹਿ ਜਾਵੇ, ਅੱਗੇ ਨਾ ਜਾਵੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਆਖਿਆ ਸੀ ਪੁੱਤਰੀ ਭਾਨੀ, ਇਹ ਵਗਦੇ ਵਹਿਣ ਨੂੰ ਬੰਨ ਨਹੀਂ ਵੱਜਦਾ ਹੁੰਦਾ, ਜੇ ਵੱਜੇ ਤੇ ਫਿਰ ਡੋਬਾ ਵੀ ਆਉਂਦਾ, ਦੁੱਖ ਮਿਲਦਾ। ਵੀ ਇਹ ਗੁਰਿਆਈ ਤਾਂ ਤੁਹਾਡੇ ਘਰ ਵਿੱਚ ਸੋਢੀਆਂ 'ਚ ਰਹਿ ਜਾਏਗੀ, ਪਰ ਕਲੇਸ਼ ਬਹੁਤ ਪਵੇਗਾ। ਹੁਣ ਉਹ ਗੁਰਿਆਈ ਤਾਂ ਦੂਜੇ ਥਾਂ ਹੁਣ ਸੋਢੀਆਂ ਦੇ ਘਰੇ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬਜ਼ਾਦੇ ਆ ਗੁਰੂ ਰਾਮਦਾਸ ਮਹਾਰਾਜ ਦੇ, ਪਰ ਵੇਖੋ ਫਿਰ ਉਹ ਗੁਰਿਆਈ ਮਿਲਦਿਆਂ ਸਾਰ ਹੀ ਕਿੰਨਾ ਝਗੜਾ ਹੋ ਰਿਹਾ, ਕਲੇਸ਼ ਹੋ ਰਿਹਾ। ਪਿਰਥੀ ਚੰਦ ਤਾਂ ਜਿੰਦ ਦਾ ਵੈਰੀ ਬਣਿਆ ਹੋਇਆ ਸਾਰੇ ਪਰਿਵਾਰ ਦੇ। ਉਹ ਮਾਤਾ ਭਾਨੀ ਜੀ ਪਿਤਾ ਗੁਰੂ ਅਮਰਦਾਸ ਮਹਾਰਾਜ ਦੇ ਸਾਰੇ ਬਚਨ ਜਿਹੜੇ ਪੁਰਾਣੇ ਯਾਦ ਕਰਕੇ ਰੋਂਦੇ ਹਨ ਵੀ ਪਿਤਾ ਦੇ ਬਚਨ ਜਿਹੜੇ ਆ ਉਹ ਸੱਚੇ ਹੋ ਰਹੇ ਹਨ। ਮੈਂ ਬਰ ਲੈ ਨਿਜ ਸਦਨ ਟਿਕਾਈ। ਵੀ ਮੈਂ ਗੁਰਿਆਈ ਦਾ ਤਖਤ ਜਾਂ ਜਿਹੜੀ ਗੁਰਤਾ ਗੱਦੀ ਉਹ ਵਰਦਾਨ ਲੈ ਕੇ ਆਪਦੇ ਘਰ ਵਿੱਚ ਹੀ ਰੱਖ ਲਈ ਸੀ ਪਿਤਾ ਤੋਂ ਮੰਗ ਕਰਕੇ। ਗੁਰਤਾ ਰੁਕੇ ਕਲੇਸ਼ ਵਿਸ਼ਾਲ। ਤੇ ਗੁਰੂ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਆਖਿਆ ਸੀ ਪੁੱਤਰੀ ਗੁਰਿਆਈ ਤਾਂ ਘਰ ਵਿੱਚ ਸੋਢੀਆਂ ਦੇ ਤੁਹਾਡੇ ਰਹਿ ਜਾਵੇਗੀ, ਪਰ ਕਲੇਸ਼ ਬੜੇ ਪਿਆ ਕਰਨਗੇ। ਪਿਤਨੇ ਕਹਿਓ ਬਾਕ ਇਸ ਢਾਲ। ਇਸੇ ਤਰ੍ਹਾਂ ਦੇ ਨਾਲ ਸਾਡੇ ਪਿਤਾ ਜੀਆਂ ਜਿਹੜੇ ਬਾਕ ਕਹੇ ਸਨ, ਬਚਨ ਆਖੇ ਸੀ, ਉਹਦਾ
ਉਦੋਂ। ਜਾਂ ਤੇ ਮੈਂ ਜਾਣੋ ਉਤਪਾਤ, ਤੇ ਉਹ ਮੈਂ ਜਾਣਦੀ ਆ ਵੀ ਜਿਹੜਾ ਝਗੜਾ ਪੈ ਰਿਹਾ ਉਹ ਪਿਤਾ ਜੀ ਦੇ ਬਚਨ ਹੀ ਆ, ਵੀ ਗੁਰਿਆਈ ਤਾਂ ਹੁਣ ਸਾਡੇ ਘਰ ਵਿੱਚ ਹੈ ਪਰ ਝਗੜਾ ਬਹੁਤ ਹੋ ਰਿਹਾ ਹੈ, ਹੋਵਹਿਗੇ ਬਿਗੜਹਿ ਸਭ ਬਾਤ। ਤੇ ਸਾਰੀ ਗੱਲਬਾਤ ਵਿਗੜੇਗੀ। ਹੁਣ ਅਜੇ ਅੱਗੇ ਵੀ ਹੋਰ ਬੜੇ ਝਗੜੇ ਕਲੇਸ਼ ਪੈਣੇ ਹਨ। ਇਮ ਸਮਝਾਏ ਸੰਗ ਪਰਜਾਈ, ਤੋ ਆਪਣੇ ਪਰਜਾਈ ਭਾਵ ਜਿਹੜੇ ਉਹ ਹੁਣ ਬਾਬਾ ਮੋਹਰੀ ਜੀਆਂ ਦੇ ਜਿਹੜੇ ਮਹਿਲ ਆ ਘਰੋਂ ਹਨ ਪਤਨੀ, ਉਹਨਾਂ ਦੇ ਨਾਲ ਇਹ ਦੁੱਖ ਸੁੱਖ ਕਰ ਰਹੇ ਆ। ਮਾਤਾ ਭਾਨੀ ਜੀ ਪਰਜਾਈ ਲੱਗੇ ਨਾ ਫਿਰ ਇਹਨਾਂ ਦੇ, ਤੋ ਇਸ ਤਰ੍ਹਾਂ ਉਹ ਨਨਦ ਤੇ ਪਰਜਾਈ ਆਪਸ ਵਿੱਚ ਦੁੱਖ ਸੁੱਖ ਕਰ ਰਹੇ ਹਨ। ਤੇ ਮਾਤਾ ਭਾਨੀ ਜੀ ਸਮਝਾਉਂਦੇ ਆ ਵੀ ਗੁਰਪਿਤਾ ਗੁਰੂ ਅਮਰਦਾਸ ਮਹਾਰਾਜ ਦੇ ਜਿਵੇਂ ਬਚਨ ਹੋਏ ਸੀ ਉਹ ਸਾਰੇ ਉਸੇ ਤਰ੍ਹਾਂ ਹੀ ਹੁਣ ਵਰਤ ਰਹੇ ਹਨ। ਗਲ ਮਿਲ ਰੁਦਤ ਭਈ ਤੇ ਚਿਰਤਾਈ, ਕਿੰਨਾ ਹੀ ਸਮਾਂ ਮਾਤਾ ਭਾਨੀ ਜੀ ਆਪਣੇ ਜਿਹੜੀ ਪਰਜਾਈ ਦੇ ਗਲ ਲੱਗ ਕੇ ਉੱਚੀ ਉੱਚੀ ਰੋਂਦੇ ਰਹੇ ਆ। ਪੁਨ ਸਭ ਤ੍ਰੀਨ ਦੀਨ ਦਿਲਾਸਾ, ਫਿਰ ਉੱਥੇ ਜਿੰਨੀਆਂ ਕੁ ਮਾਈਆਂ ਸਨ ਸਭ ਨੇ ਰਲ ਮਿਲ ਕਰਕੇ ਮਾਤਾ ਭਾਨੀ ਜੀਆਂ ਨੂੰ ਦਿਲਾਸਾ ਦਿੱਤਾ, ਹੌਸਲਾ ਦਿੱਤਾ ਹੈ। ਪਾਉਛ ਬਦਨ ਕੋ ਬੈਠ ਤਪਾਸਾ, ਤੇ ਪਾਸ ਇੱਕ ਪਾਸੇ ਬਿਠਾ ਲਿਆ, ਉਹਦਾ ਮੁਖ ਪੂੰਝਿਆ, ਸੁਰਤ ਲਿਆਂਦੀ ਹੈ। ਪੁਨ ਗੁਰ ਟਿਗ ਮੋਹਨ ਚਲ ਆਇਓ, ਇਹਨੇ ਨੂੰ ਬਾਬਾ ਮੋਹਨ ਜੀ ਜਿਹੜੇ ਵੱਡੇ ਸਾਹਿਬਜ਼ਾਦੇ ਆ ਗੁਰੂ ਅਮਰਦਾਸ ਮਹਾਰਾਜ ਦੇ, ਉਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਚੱਲ ਆਏ ਹਨ। ਨਮੋ ਪਰਸਪਰ ਕਰ ਸੁਖ ਪਾਇਓ, ਤੇ ਇੱਕ ਦੂਜੇ ਨੂੰ ਨਮਸਕਾਰ ਕੀਤੀ, ਗੁਰੂ ਜਾਣ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਿਆ ਹੈ। ਅਪਰ ਲੋਕ ਸਿਆਣੇ ਸਭ ਆਏ, ਹੋਰ ਵੀ ਕੋਈ ਜਿੰਨੇ ਸਿਆਣੇ ਲੋਕ ਸਨ ਸਭ ਉੱਥੇ ਗੋਇੰਦਵਾਲ ਸਾਹਿਬ ਦੇ ਇਕੱਠੇ ਹੋਣ ਲੱਗੇ ਵੀ ਗੁਰੂ ਰਾਮਦਾਸ ਮਹਾਰਾਜ ਆਏ ਹੋਏ ਆ, ਪਰਿਵਾਰ ਸਮੇਤ ਬੜੇ ਸਮੇਂ ਬਾਅਦ ਆਏ ਆ। ਗੋਇੰਦਵਾਲ ਸਾਹਿਬ ਦੀਆਂ ਹੋਰ ਵੀ ਸੰਗਤਾਂ ਆਣ ਇਕੱਠੀਆਂ ਹੋਈਆਂ ਹਨ। ਕਰ ਕਰ ਨਮੋ ਥਰੇ ਤਿਸ ਥਾਏ, ਤੇ ਉਹ ਨਮਸਕਾਰਾਂ ਕਰ ਕਰਕੇ ਗੁਰੂ ਰਾਮਦਾਸ ਮਹਾਰਾਜ ਨੂੰ ਤੇ ਉੱਥੇ ਲਾਗੇ ਹੀ ਸਤਿਗੁਰਾਂ ਦੇ ਬਹਿੰਦੇ ਜਾਂਦੇ ਹਨ। ਬੁੱਢੇ ਆਦਿਕ ਸੰਗ ਜੀ ਗਏ, ਜਿਹੜੇ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਹੋਰ ਕੋਈ ਸਿਆਣੇ ਸਿੱਖ ਜਿਹੜੇ ਆ ਉਹ ਵੀ ਨਾਲ ਆਏ ਹੋਏ ਆ ਨਾ ਗੋਇੰਦਵਾਲ ਸਾਹਿਬ, ਸਤਿਗੁਰਾਂ ਦੇ ਨਾਲ ਜੋ ਆਏ ਹਨ। ਮਿਲੇ ਪਰਸਪਰ ਬੈਠਤ ਪਏ, ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਹੋਰ ਸਿੱਖ ਜਿਹੜੇ ਆਪਸ ਵਿੱਚ ਰਲ ਮਿਲ ਕੇ ਇਸ ਤਰ੍ਹਾਂ ਗੱਲਾਂ ਕਰਦੇ ਹਨ। ਤਬ ਪ੍ਰਥੀਏ ਕੀ ਬਾਤ ਸੁਣਾਈ, ਬਾਬਾ ਬੁੱਢਾ ਸਾਹਿਬ ਜੀ ਨੇ ਨਾ ਇੱਥੇ ਗੋਇੰਦਵਾਲ ਸਾਹਿਬ ਦੀਆਂ ਜਿਹੜੀਆਂ ਸੰਗਤਾਂ ਕੋ ਸਿਆਣੇ ਪੁਰਸ਼ ਸੀਗੇ ਪੱਧਰ, ਬਾਬਾ ਬੁੱਢਾ ਸਾਹਿਬ ਜੀ ਫਿਰ ਉਹ ਪੁੱਛਦੇ ਆ ਵੀ ਮਹਾਰਾਜ ਦਾ ਸਾਰਾ ਪਰਿਵਾਰ ਹੁਣ ਗੋਇੰਦਵਾਲ ਕਿਵੇਂ ਆਇਆ, ਤੇ ਬਾਬਾ ਬੁੱਢਾ ਸਾਹਿਬ ਜੀ ਫਿਰ ਦੱਸਦੇ ਆ, ਸਾਰੀ ਗੱਲ ਦੱਸ ਰਹੇ, ਪਿਰਥੀ ਦੀ ਸਾਰੀ ਗੱਲ ਜਿਹੜੀ ਹੈ ਨਾ ਜਾਂ ਪਿਰਥੀਏ ਦੀ ਉਹ ਸਾਰੀ ਦੱਸ ਰਹੇ ਹਨ। ਬਿਗੜ ਪਰਿਓ ਬਹੁ ਕਰੀ ਲੜਾਈ, ਉਹ ਕਹਿੰਦੇ ਭਾਈ ਕੀ ਦਸੀਏ ਵੀ ਗੁਰਿਆਈ ਯੋਗ ਨੂੰ ਹੀ ਮਿਲਣੀ ਸੀ। ਗੁਰੂ ਅਰਜਨ ਦੇਵ ਮਹਾਰਾਜ ਯੋਗ ਸੀ ਤਖਤ ਬਹਿਣ ਦੇ, ਤੇ ਗੁਰੂ ਰਾਮਦਾਸ ਮਹਾਰਾਜ ਨੇ ਗੁਰਿਆਈ ਗੁਰਤਾ ਤਖਤ ਜਿਹੜਾ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਨੂੰ ਦੇ ਦਿੱਤਾ। ਪਿਰਥੀ ਚੰਦ ਹੰਕਾਰੀ ਹੈ, ਪੈਸਾ ਮਾਇਆ ਬਹੁਤ ਗੁਰੂ ਘਰੋਂ ਚੋਰੀ ਕਰ ਕਰ ਜੋੜਿਆ, ਤੇ ਉਹ ਵਿਗੜ ਪਿਆ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਨਾਲ, ਸਾਰੇ ਪਰਿਵਾਰ ਨਾਲ ਹੀ ਮੰਦ ਕਮੰਦ ਬੋਲਦਾ, ਗੁਰੂ ਅਰਜਨ ਦੇਵ ਮਹਾਰਾਜ ਨੂੰ, ਮਾਤਾ ਭਾਨੀ ਜੀਆਂ ਨੂੰ ਬੋਲਦਾ। ਤੇ ਇਸ ਤਰ੍ਹਾਂ ਉਹ ਪਿਰਥੀ ਚੰਦ ਬੜਾ ਵਿਗੜਿਆ ਹੋਇਆ ਝਗੜਾ ਕਰ ਰਿਹਾ ਹੈ। ਅਪਮਾਨਤ ਦੁਰਬੈਨ ਬਖਾਨੇ, ਤੇ ਗੁਰੂ ਰਾਮਦਾਸ ਮਹਾਰਾਜ ਦਾ ਵੀ ਅਪਮਾਨ ਨਿਰਾਦਰ ਕਰਦਾ ਤੇ ਭੈੜੇ ਬਚਨ ਬੋਲਦਾ ਹੈ। ਇਹਾਂ ਆਏ ਚਲ ਖੋਟੋ ਜਾਣੇ, ਤੇ ਇਸ ਕਰਕੇ ਜਿਹੜਾ ਨਾ ਉਹਨੂੰ ਖੋਟਾ ਜਾਣ ਕੇ ਵੀ ਇਹਨੂੰ ਤਿਆਗਿਆ ਹੀ ਚੰਗਾ ਹੈ, ਵੀ ਇਹ ਭੈੜੀ ਮੱਤ ਵਾਲਾ ਕੀ ਹੈ, ਕੁਝ ਇਸ ਤਰ੍ਹਾਂ ਕੋਈ ਭੈੜਾ ਕਾਰਨਾਮਾ ਕਰੇ ਜਾਂ ਝਗੜਾ ਵਿਗਣ ਕਲੇਸ਼ ਚੰਗਾ ਨਹੀਂ ਗੁਰੂ ਘਰ ਵਿੱਚ। ਤੇ ਗੁਰੂ ਰਾਮਦਾਸ ਮਹਾਰਾਜ ਜੀ ਸਾਰੇ ਪਰਿਵਾਰ ਸਮੇਤ ਇੱਥੇ ਚੱਲ ਆਏ ਹਨ। ਸ਼੍ਰੀ ਅਰਜਨ ਥਿਰ ਕਰਨ ਜਥਾਨੇ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਸਥਾਨ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਟਿਕਾ ਦਿੱਤਾ ਹੈ। ਗੁਰ ਚਾਹਸ ਤਨ ਤਿਆਗ ਸਿਧਾਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਸਰੀਰ ਛੱਡਿਆ ਚਾਹੁੰਦੇ ਆ, ਜੋਤੀ ਜੋਤ ਸਮਾਇਆ ਚਾਹੁੰਦੇ ਹਨ, ਸੱਚਖੰਡ ਜਾਣਾ ਚਾਹੁੰਦੇ ਆ। ਸੁਨਤ ਦੋ ਪ੍ਰਾਤਨ ਦੁਖ ਮਾਨਾ, ਤੇ ਸੁਣ ਕੇ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮੇ ਲੱਗਦੇ ਆ, ਇਹਨਾਂ ਨੇ ਬੜਾ ਦੁੱਖ ਮਨਾਇਆ ਵੀ ਜਦੋਂ ਵੇਖਿਆ ਵੀ ਇੰਨਾ ਕਲੇਸ਼ ਸਾਡੀ ਭੈਣ ਦੇ ਘਰ ਪਿਆ ਹੋਇਆ, ਸੁਣ ਕੇ ਬੜੇ ਦੁਖੀ ਹੋਏ ਹਨ। ਕੀਨ ਅਜੋਗ ਨਾ ਬੰਨਿਓ ਸਿਆਨਾ, ਤੇ ਕਹਿੰਦੇ ਆ ਵੀ ਹਾਂ ਇਹਨੇ ਚੰਗੀ ਨਹੀਂ ਕੀਤੀ ਪਿਰਥੀ ਚੰਦ ਨੇ, ਕੋਈ ਸਿਆਣਾ ਹੁੰਦਾ ਤੇ ਮਹਾਰਾਜ ਦੀ ਸ਼ਰਨ ਗ੍ਰਹਿਣ ਕਰਦਾ, ਕੋਈ ਪਿਤਾ ਨਾਲ ਵੀ ਝਗੜਾ ਕਰਦਾ ਤੇ ਨਾਲੇ ਉਹ ਪਿਤਾ ਜਿਹਨੂੰ ਸਾਰਾ ਸੰਸਾਰ ਸੀਸ ਝੁਕਾਉਂਦਾ। ਚੰਗਾ ਨਹੀਂ ਕੀਤਾ ਪਿਰਥੀ ਚੰਦ ਨੇ, ਕੋਈ ਸਿਆਣਾ ਨਹੀਂ, ਸਿਆਣਿਆਂ ਵਾਲਾ ਕੰਮ ਨਾ ਕੀਤਾ, ਕਮਲਾ ਹੀ ਬਣ ਗਿਆ ਹੈ। ਹਮਨੇ ਪ੍ਰਥਮ ਤਾਹੇ ਕੋ ਹੀਰਾ, ਉਹ ਕਹਿੰਦੇ ਆ ਬਾਬਾ ਬੁੱਢਾ ਸਾਹਿਬ ਜੀ ਵੀ ਅਸੀਂ ਨਾ ਪਿਰਥੀ ਚੰਦ ਨੂੰ ਬਚਪਨ ਤੋਂ ਹੀ, ਕਿਉਂਕਿ ਇੱਥੇ ਰਹਿੰਦੇ ਰਹੇ ਆ ਨਾ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਮਹਾਰਾਜ ਪਰਿਵਾਰ ਸਮੇਤ,
ਇੱਥੇ ਹੀ ਗੁਰਿਆਈ ਮਿਲੀ ਸੀ। ਬੌਲੀ ਸਾਹਿਬ ਦੀ ਸੇਵਾ ਜਦੋਂ ਹੋਈ ਹੈ, ਗੁਰੂ ਅਮਰਦਾਸ ਮਹਾਰਾਜ ਨੇ ਇੱਥੇ ਹੀ ਸੱਦ ਲਿਆ ਸੀ ਬੀਬੀ ਭਾਨੀ ਜੀਆਂ ਨੂੰ, ਪਰਿਵਾਰ ਸਾਰੇ ਨੂੰ। ਤੋ ਉਹ ਬਾਬਾ ਮੋਹਨ ਜੀ ਜਾਂ ਮੋਹਰੀ ਜੀ ਦੋਵੇਂ ਭਾਈ ਜਿਹੜੇ ਕਹਿੰਦੇ ਆ ਕਿ ਇਹ ਬਾਬਾ ਬੁੱਢਾ ਜੀ, ਉਸ ਤਰ੍ਹਾਂ ਅਸੀਂ ਬਚਪਨ ਤੋਂ ਹੀ ਇਹ ਪਿਰਥੀ ਚੰਦ ਦਾ ਰੁੱਖ ਵੇਖਿਆ ਹੋਇਆ ਸੀ ਕਰਹਿ ਕੁ ਕਾਜ ਲੋਭ ਕੋ ਪ੍ਰੇਰਾ। ਵੀ ਇਹ ਸ਼ੁਰੂ ਬੜਾ ਲਾਲਚੀ ਹੈ ਤੇ ਇਹ ਭੈੜੇ ਮੱਤ ਤੇ ਝੂਠ ਪੈਰ ਪੈਰ ਤੇ ਬੋਲਣਾ, ਛਲ ਕਰਨੇ, ਧੋਖੇ ਜੇ ਦੇਣੇ, ਐਵੇਂ ਬਚਪਨ ਤੋਂ ਹੀ ਇਹ ਕੰਮ ਇਹਦੇ ਪਿਰਥੀ ਚੰਦ ਦੇ ਇਹੋ ਜਿਹੇ ਸੀ। ਤੇ ਲਾਲਚ ਦਾ ਪ੍ਰੇਰਿਆ ਹੋਇਆ ਸ਼ੁਰੂ ਤੋਂ, ਬਚਪਨ ਤੋਂ ਹੀ ਕੋਈ ਮਾੜੇ ਮੋਟੇ ਚੋਰੀ ਸ਼ੋਰੀ ਜਾਂ ਕੋਈ ਇਧਰ ਧਨ ਇੱਧਰ ਉੱਧਰ ਕਰ ਲੈਣਾ, ਐਸੇ ਕੰਮ ਬਚਪਨ ਤੋਂ ਹੀ ਕਰਦਾ ਰਿਹਾ ਹੈ। ਪਿਤ ਕੇ ਜੀਵਤ ਰਹੀ ਸੋ ਲਾਜਾ। ਤੇ ਬਚਪਨ ਤੋਂ ਹੀ ਬੜਾ ਚੁਸਤ ਚਲਾਕ ਤੇ ਛਲੀਆ ਧੋਖੇਬਾਜ਼ ਰਿਹਾ, ਅਸੀਂ ਤਾਂ ਵੇਖਦੇ ਆਏ ਹਾਂ। ਤੇ ਇਹਨਾਂ ਐ ਵੀ ਚਲੋ ਗੁਰੂ ਰਾਮਦਾਸ ਮਹਾਰਾਜ ਜੀ ਹੈ ਸੀਗੇ, ਤੇ ਗੁਰੂ ਰਾਮਦਾਸ ਮਹਾਰਾਜ ਦੇ ਹੁੰਦਿਆਂ ਇਹ ਥੋੜੀ ਸ਼ਰਮ ਮਨਾਉਂਦਾ ਸੀ, ਪਿਤਾ ਤੋਂ ਡਰਦਾ, ਲਾਜ ਕਰਦਾ ਸੀ। ਆਪਣਾ ਮਿਟੈ ਗੋ ਕਰਹਿ ਕੁ ਕਾਜਾ। ਤੇ ਹੁਣ ਗੁਰੂ ਰਾਮਦਾਸ ਮਹਾਰਾਜ ਜੀ ਸੱਚਖੰਡ ਚਲੇ ਗਏ ਜੇ, ਤੇ ਫਿਰ ਤਾਂ ਨਹੀਂ ਇਹਨੇ ਟਲਣਾ, ਫਿਰ ਤਾਂ ਹੋਰ ਵੀ ਵਧੇਗਾ, ਬੜਾ ਭੈੜਾ ਕੰਮ ਕਰੇਗਾ, ਬੜਾ ਹੋਰ ਵੀ ਝਗੜਾ ਕਲੇਸ਼ ਦੁਸ਼ਮਣੀ ਪਾਲੇਗਾ ਅਰਜਨ ਦੇਵ ਨਾਲ, ਬੜਾ ਵੈਰ ਕਰਿਆ ਕਰੇਗਾ। ਇਮ ਕਹਿ ਸਭ ਠਾਨਤ ਅਫਸੋਸ। ਤੇ ਇਸ ਤਰ੍ਹਾਂ ਕਹਿ ਕਹਿ ਕੇ ਸਾਰੀ ਇਸ ਗੱਲ ਤੋਂ ਦੁਖੀ ਹੈ ਵੀ ਪਿਰਥੀ ਚੰਦ ਨੇ ਜੋ ਕੀਤਾ ਉਹ ਚੰਗਾ ਨਹੀਂ ਕੀਤਾ ਹੈ। ਪ੍ਰਿਥੀਏ ਮੈਂ ਹੰਕਾਰ ਕੋ ਦੋਸ਼। ਸਾਰੇ ਹੀ ਕਹਿੰਦੇ ਆ ਭਾਈ ਪਿਰਥੀ ਚੰਦ ਹੈ ਹੀ ਹੰਕਾਰੀ, ਹੰਕਾਰ ਦਾ ਬੜਾ ਵੱਡਾ ਔਗਣ ਜਿਹੜਾ ਪਿਰਥੀ ਚੰਦ ਦੇ ਵਿੱਚ ਹੈ। ਲੋਕ ਸਕਲ ਹੀ ਚਿੰਤਾ ਲਹੈ। ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਸਾਰੀਆਂ ਹੀ ਬੜੀਆਂ ਚਿੰਤਾ ਵਿੱਚ ਹਨ ਵੀ ਹੁਣ ਗੁਰੂ ਘਰ ਆਇਓ, ਪਿਰਥੀ ਚੰਦ ਨੇ ਚੰਗਾ ਨਹੀਂ ਕੀਤਾ ਜੋ ਕਲੇਸ਼ ਪਾਇਆ ਹੈ। ਗੁਰਤਾ ਮਹਿ ਬਿਗਾਰ ਪਰ ਰਹੈ। ਵੀ ਗੁਰਤਾ ਦੇ ਵਿੱਚ ਬੜਾ ਭੈੜਾ ਵਿਗਾੜ ਪਾ ਛੱਡਿਆ ਹੈ। ਅਪਰ ਭਾਰਤਾ ਭਈ ਅਨੇਕ। ਹੋਰ ਵੀ ਕਈ ਤਰ੍ਹਾਂ ਦੀਆਂ ਇੱਥੇ ਗੱਲਾਂ ਵਿਚਾਰ ਵਟਾਂਦਰੇ ਚੱਲ ਰਹੇ ਹਨ ਸੰਗਤਾਂ ਵਿੱਚ। ਕੌਣ ਕਹੈ ਤਨ ਸਰਬ ਵਿਵੇਕ। ਤੇ ਕੋਈ ਜਿਹੜਾ ਵੈ ਸਾਰੀ ਵਿਚਾਰ ਕਿਵੇਂ ਆਖ ਸਕੇ, ਕਿਉਂਕਿ ਉਹ ਖਲਾਰ ਬਹੁਤ ਪਿਰਥੀ ਚੰਦ ਨੇ ਪਾ ਦਿੱਤਾ ਹੈ, ਬੜਾ ਝਗੜਾ ਵੱਧ ਚੁੱਕਾ ਹੈ। ਤਿਆਰ ਆਹਾਰ ਖਾਏ ਕਰ ਸੋਏ। ਇਸ ਤਰ੍ਹਾਂ ਫਿਰ ਉਹ ਚਲੋ ਪ੍ਰਸ਼ਾਦਾ ਪਾਣੀ ਗੋਇੰਦਵਾਲ ਤਿਆਰ ਹੋਇਆ, ਛਕ ਛਕਾ ਕੇ ਸਭ ਸੰਗਤ ਤੇ ਸਤਿਗੁਰਾਂ ਦਾ ਪਰਿਵਾਰ ਬਰਾਜ ਗਿਆ ਹੈ। ਨਿਜ ਨਿਜ ਥਲ ਮਹਿ ਨਰ ਸਭ ਕੋਏ। ਸਭ ਜਿਹੜੇ ਵੈ ਜਿੰਨੇ ਵੀ ਪ੍ਰਾਣੀ ਆਪੋ ਆਪਣੀਆਂ ਜਗ੍ਹਾ ਤੇ ਜਾ ਬਰਾਜੇ ਹਨ। ਭਾਨੀ ਕੇ ਮਨ ਚਿੰਤ ਮਹਾਨੀ। ਪਰ ਮਾਤਾ ਭਾਨੀ ਜੀ ਨਹੀਂ ਸੌਂ ਰਹੇ। ਮਾਤਾ ਹੈ ਨਾ ਫਿਰ, ਤੇ ਮਨ ਵਿੱਚ ਬੜੀ ਭਾਰੀ ਚਿੰਤਾ ਹੋ ਰਹੀ ਹੈ। ਗਿਣਤੀ ਗਿਨਹਿ ਅਨੇਕ ਵਿਧਾਨੀ। ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਵਿਧੀਆਂ ਨਾਲ ਗਿਣਤੀਆਂ ਮਿਣਤੀਆਂ ਮਾਤਾ ਭਾਨੀ ਜੀ ਰਾਤ ਸਾਰੀ ਕਰਦੇ ਰਹੇ ਹੈ। ਸ਼੍ਰੀ ਅਰਜਨ ਵਿਛੁਰੇ ਚਿਰ ਰਹੇ। ਤੇ ਮਨ ਵਿੱਚ ਫਿਰ ਵਿਚਾਰਦੇ ਆ ਵੀ ਕਿੰਨਾ ਸਮਾਂ ਤਾਂ ਜਿਹੜਾ ਸ਼੍ਰੀ ਅਰਜਨ ਦੇਵ ਜੀ ਸਾਥੋਂ ਵਿਛੜੇ ਰਹੇ ਆ। 3 ਵਰੇ ਤਾਂ ਲਾਹੌਰ ਰਹੇ ਹਨ। ਸਭ ਸੋ ਮਿਲ ਕਰ ਆਨੰਦ ਲਹੇ। ਤੇ ਉੱਥੇ ਸੰਗਤਾਂ ਦੇ ਨਾਲ ਬੜਾ ਮਿਲ ਕੇ ਰਹੇ ਆ, ਆਨੰਦ ਸਹਿਤ ਆਨੰਦ ਪ੍ਰਾਪਤ ਕਰਦੇ ਰਹੇ ਹਨ। ਮਾਤੁਲ ਅਰ ਮਾਤੁਲ ਕੀ ਦਾਰਾ। ਇਸ ਤਰ੍ਹਾਂ ਉਹ ਸਤਿਗੁਰਾਂ ਦੇ ਮਾਤੁਲ ਮਾਮੇ ਤੇ ਮਾਮੇ ਦੀ ਪਤਨੀ ਕਹੋ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਾਮੀ ਹੈ। ਸਿਰ ਪਰ ਕਰ ਫੇਰਤ ਦੇ ਪਿਆਰਾ। ਭਾਵ ਬਾਬਾ ਮੋਹਰੀ ਜੀ ਤੇ ਉਹਨਾਂ ਦੇ ਧਰਮ ਪਤਨੀ ਜੀ, ਗੁਰੂ ਅਰਜਨ ਦੇਵ ਮਹਾਰਾਜ ਦੇ ਮਾਮਾ ਤੇ ਮਾਮੀ ਜੀ, ਦੋਵੇਂ ਮਾਤਾ ਭਾਨੀ ਜੀ ਦੇ ਸੀਸ ਤੇ ਹੱਥ ਰੱਖਦੇ ਐ ਤੇ ਦਲਾਸਾ ਦੇ ਰਹੇ, ਪ੍ਰੇਮ ਦੇ ਰਹੇ ਹਨ। ਬੁੱਢੇ ਆਦਿਕ ਸਿੱਖ ਗੁਰ ਪਾਸ। ਇੱਧਰ ਬਾਬਾ ਬੁੱਢਾ ਸਾਹਿਬ ਜੀ ਤੋਂ ਆਦਿਕ ਹੋਰ ਜਿੰਨੇ ਸਿੱਖ ਹਨ ਗੁਰੂ ਰਾਮਦਾਸ ਮਹਾਰਾਜ ਪਾਸ ਠਹਿਰੇ ਐ। ਜਾਗਰਤ ਕਰਤੇ ਬਚਨ ਬਿਲਾਸ। ਤੇ ਐਉਂ ਜਾਗਦਿਆਂ ਹੋਇਆਂ ਸੁੱਤੇ ਨਹੀਂ ਕੋਈ ਵੀ, ਤੇ ਬਚਨ ਬਿਲਾਸ ਅੰਮ੍ਰਿਤਸਰ ਸਾਹਿਬ ਦਾ ਜੋ ਝਗੜਾ ਪਿਆ ਹੋਇਆ ਪਿਰਥੀ ਚੰਦ ਨੇ ਕੀਤਾ, ਉਹੀ ਗੱਲਾਂ ਚੱਲ ਰਹੀਆਂ ਹਨ। ਨਿਸ਼ਾ ਬਿਖੇ ਸਪਤੇ ਨਹਿ ਕੋ। ਕੋਈ ਵੀ ਉਹ ਸਾਰੀ ਰਾਤ ਸੁੱਤਾ ਨਹੀਂ ਹੈ। ਸਤਿਗੁਰ ਤਿਆਰੀ ਕੋ ਲਖ ਸੋ। ਕਿਉਂ ਸਾਰੇ ਸਿੱਖਾਂ ਨੂੰ ਪਤਾ ਹੈ ਵੀ ਗੁਰੂ ਰਾਮਦਾਸ ਮਹਾਰਾਜ ਜੀ ਹੁਣ ਸੱਚਖੰਡ ਚਾਲਾ ਪਾਉਣ ਵਾਲੇ ਹੈ, ਇਸ ਕਰਕੇ ਸਿੱਖ ਜਿਹੜੇ ਵੈ ਉਹ ਸੁੱਤੇ ਨਹੀਂ ਹਨ। ਸਾਰੀ ਰਾਤ ਹੀ ਸਿੱਖ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਦੇ, ਬਚਨ ਬਿਲਾਸ ਕਰਦੇ। ਪਤਾ ਹੈ ਵੀ ਕੱਲ ਨੂੰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਸੱਚਖੰਡ ਚਾਲਾ ਪਾ ਦੇਣਾ। ਇਹ ਪ੍ਰੇਮ ਦੇ ਸਹਿਤ ਹੋ ਕਰਕੇ ਸਿੱਖ ਸਾਰੀ ਰਾਤ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਦੇ ਰਹੇ ਹੈ। ਇਹ ਸਾਰੀ ਪ੍ਰਿਥੀ ਚੰਦ ਦੇ ਝਗੜੇ ਦੀ ਜਥਾ ਵਾਰਤਾ ਆਪਾਂ ਸ਼ਰਵਣ ਕੀਤੀ ਹੈ। ਮਹਾਰਾਜ ਆਪ ਸਭ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ, ਗੁਰੂ ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨ। ਅੱਗੇ ਜਿਵੇਂ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰਦੇ ਆ, ਗੁਰੂ ਗਰੀਬ ਨਵਾਜ, ਸੋ ਸੱਚੇ ਪਾਤਸ਼ਾਹ ਮਹਾਰਾਜ ਦੀਨਾ ਬੰਧੂ ਜੀ ਬੈਕੁੰਠ ਗਮਨ ਕਰਨਾ ਤੇ ਪਿਰਥੀ ਚੰਦ ਦਾ ਫਿਰ ਮਗਰ ਗੋਇੰਦਵਾਲ ਸਾਹਿਬ ਆਉਣਾ, ਇੱਥੇ ਆ ਕੇ ਫੇਰ ਝਗੜਾ ਰਗੜਾ ਕਰਨਾ। ਉਹ ਸਾਰੀ ਕਥਾ ਅੱਗੇ ਜਿਵੇਂ ਆਉਂਦੀ ਹੈ। ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸ਼ਰਵਣ ਕਰੋ ਜੀ।
ਹੋਈਆਂ ਭੁੱਲਾਂ ਦੀ ਖਿਮਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੁੱਢੇ ਆਦਿਕ ਸਿੱਖ ਗੁਰ ਪਾਸ, ਜਾਗਰਤ ਕਰਤੇ ਬਚਨ ਬਿਲਾਸ। ਨਿਸਾ ਬਿਖੇ ਸਪਤੇ ਨਹਿ ਕੋ, ਸਤਿਗੁਰ ਤਿਆਰੀ ਕੋ ਲਖ ਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ, ਅਘਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ, ਆਧਾਰ। ਹੇ ਠਾਕੁਰ ਹਉ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਇ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਹੁ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।